ਇਕ ਓੰਕਾਰ ਸਤਿ ਗੁਰ ਪ੍ਰਸਾਦਿ। ਵਾਰ ਸੂਹੀ ਕੀ ਸਲੋਕਾਂ ਨਾਲ ਮਹਿਲਾ ਤੀਜਾ। ਸਲੋਕ ਮਹਿਲਾ ਤੀਜਾ। ਸੂਹੈ ਵੇਸ ਦੁਹਾਗਣੀ ਪਰ ਪਿਰ ਰਾਵਣ ਜਾਏ। ਪਿਰ ਛੋੜਿਆ ਘਰ ਆਪਣੇ ਮੋਹੀ ਦੂਜੈ ਪਾਏ। ਮਿੱਠਾ ਕਰਕੇ ਖਾਇਆ ਬਹੁ ਸਾਧੋਂ ਵਧਿਆ ਰੋਗ। ਸੁਧ ਪਤਾਰ ਹਰ ਛੋੜਿਆ ਫਿਰ ਲੱਗਾ ਜਾਏ ਵਿਜੋਗ। ਗੁਰਮੁਖ ਹੋਵੇ ਸੋ ਪਲਟਿਆ। ਹਰ ਰਾਤੀ ਸਾਜ ਸ਼ਿੰਗਾਰ ਸਹਿਜ ਸੱਚ ਪਿਰ ਰਾਵਿਆ। ਹਰ ਨਾਮਾ ਉਰਤਾ ਆਗਿਆਕਾਰੀ ਸਦਾ ਸੁਹਾਗਣ। ਆਪ ਮੇਲੀ ਕਰਤਾਰ ਨਾਨਕ ਪਿਰ ਪਾਇਆ। ਹਰ ਸਾਚਾ ਸਦਾ ਸੁਹਾਗਣ ਨਾਰ। ਨਾਨਕ ਪਿਰ ਪਾਇਆ। ਹਰ ਸਾਚਾ ਸਦਾ ਸੁਹਾਗਣ ਨਾਰ। ਸਦਾ ਸੁਹਾਗਣ ਨਾਰ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਭਾਤ ਵੇਲੇ ਦੀ ਸਜੀ ਸਾਧ ਸੰਗਤ ਦੇ ਅੰਦਰ ਗੁਰੂ ਸ਼ਬਦ ਨੂੰ ਸ਼ਰਵਣ ਕਰ ਰਹੇ ਸਤ ਸੰਗੀ ਜਨੋ, ਆਪ ਜੀ ਨੇ ਅੱਜ ਦੇ ਇਸ ਦੀਵਾਨ ਅੰਦਰ ਜਿਸ ਬਚਨ ਦਾ ਪਾਠ ਸ਼ਰਵਣ ਕੀਤਾ ਹੈ, ਇਹ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 785 ਰਾਗ ਸੂਹੀ ਦੇ ਵਿੱਚ ਸੁਭਾਇਮਾਨ
ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਗਈ ਵਾਰ, ਵਾਰ ਸੂਹੀ ਕੀ, ਉਸ ਦੀ ਪਹਿਲੀ ਪੌੜੀ ਦੇ ਨਾਲ ਦਰਜ ਪਹਿਲਾ ਸ਼ਲੋਕ ਹੈ। ਆਓ ਇਸ ਵਚਨ ਦੀ ਵਿਚਾਰ ਆਰੰਭ ਕਰਦੇ ਹਾਂ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰ ਗੁਰਬਖਸ਼ੀ ਹੋਈ ਫਤਿਹ ਪ੍ਰਵਾਨ ਕਰਨੀ, ਪਿਆਰ ਸਹਿਤ ਕਹਿਣਾ, ਓ ਵਾਹਿਗੁਰੂ ਜੀ ਕਾ ਖਾਲਸਾ, ਓ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਸ ਪਾਵਨ ਬਚਨ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰਬਾਣੀ ਦੀ ਤਰਤੀਬ ਬਾਰੇ ਅਤੇ ਉਸ ਤੋਂ ਬਾਅਦ ਵਾਰ ਦੀ ਤਰਤੀਬ ਬਾਰੇ ਸੰਖੇਪ ਜੀ ਪੰਛੀ ਝਾਤ ਅਸੀਂ ਸਾਂਝੀ ਕਰਦੇ ਹਾਂ। ਤਰਤੀਬ ਬਾਣੀ ਨੂੰ ਸਮਝਾਉਣ ਦੇ ਵਿੱਚ ਇੱਕ ਅਹਿਮ ਯੋਗਦਾਨ ਪਾਉਂਦੀ ਹੈ। ਗਾਹੇ ਬਗਾਹੇ ਵਿਚਾਰ ਕਰਦਿਆਂ ਮੈਂ ਗੁਰਬਾਣੀ ਦੀ ਤਰਤੀਬ ਤੁਹਾਡੇ ਨਾਲ ਸਾਂਝੀ ਕਰਦਾ ਰਹਿੰਦਾ ਹਾਂ, ਜਿਸ ਨੂੰ ਅਸੀਂ ਲੜੀ ਵੀ ਆਖਦੇ ਹਾਂ। ਬਾਣੀ ਇੱਕ ਲੜੀ 'ਚ ਹੈ ਤੇ ਉਹ ਲੜੀ ਦੇ ਵਿੱਚ ਵਿਚਾਰ ਹੈ। ਜੇ ਅਸੀਂ ਉਸ ਲੜੀ ਤੇ ਤਰਤੀਬ ਨੂੰ ਨਹੀਂ ਸਮਝਾਂਗੇ ਤਾਂ ਇਹ ਗੱਲ ਕੁਦਰਤਨ ਹੈ ਕਿ ਜਿੱਥੋਂ ਲੜੀ ਟੁੱਟ ਗਈ, ਲੜੀ ਦੇ ਟੁੱਟਣ ਤੋਂ ਬਾਅਦ ਅਗਲੇਰੀ ਵਿਚਾਰ ਆਪਣੇ ਆਪ ਹੀ ਕੁਦਰਤਨ ਗਲਤ ਹੋ ਜਾਏਗੀ। ਇਸ ਨੂੰ ਸਤਿਗੁਰ ਨੇ ਪਵਿੱਤਰ ਬਾਣੀ 'ਚ ਇਉਂ ਵੀ ਲਿਖਿਆ ਹੈ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਗੁਰਬਾਣੀ ਇੱਕ ਖਾਸ ਲੜੀ ਦੇ ਵਿੱਚ, ਇੱਕ ਖਾਸ ਬਣਾਈ ਹੋਈ ਤਕਦੀਰ ਦੇ ਅੰਦਰ ਹੈ, ਜਿਸ ਨੂੰ ਸਾਨੂੰ ਸਮਝਣਾ ਪਏਗਾ। ਸੋ ਵਿਚਾਰ ਆਰੰਭ ਕਰਦੇ ਹਾਂ। ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ। ਇੱਕ ਹਿੱਸਾ ਹੈ ਰਾਗ ਬੱਧ ਬਾਣੀਆਂ ਦਾ ਅਤੇ ਇੱਕ ਹਿੱਸਾ ਹੈ ਰਾਗ ਮੁਕਤ ਬਾਣੀਆਂ ਦਾ। ਰਾਗ ਮੁਕਤ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਹੀ ਹਨ ਤੇ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਵੀ ਹਨ। ਜੋ ਵਿੱਚ ਵਾਲਾ ਹਿੱਸਾ ਹੈ, ਵਿਚਕਾਰਲਾ ਹਿੱਸਾ ਹੈ, ਉਹ ਰਾਗ ਬੱਧ ਬਾਣੀਆਂ ਦਾ ਹੈ। ਜਿਵੇਂ ਅਸੀਂ ਜਪਜੀ ਸਾਹਿਬ ਬਾਣੀ ਪੜ੍ਹਦੇ ਹਾਂ, ਇਹ ਹਿੱਸਾ ਰਾਗ ਮੁਕਤ ਬਾਣੀਆਂ ਚਾਹੁੰਦਾ ਹੈ। ਇਸ ਬਾਣੀ ਉੱਤੇ ਕਿਸੇ ਰਾਗ ਦਾ ਜ਼ਿਕਰ ਨਹੀਂ। ਇਵੇਂ ਹੀ ਅਸੀਂ ਜਿੱਥੇ ਰਾਗਾਂ ਦੀ ਸਮਾਪਤੀ ਹੁੰਦੀ ਹੈ ਤੇ ਉਸ ਤੋਂ ਬਾਅਦ ਸੰਸਕ੍ਰਿਤੀ ਸ਼ਲੋਕ ਪੜ੍ਹਦੇ ਹਾਂ, ਅਸੀਂ ਫੁਨਹੇ ਪੜ੍ਹਦੇ ਹਾਂ, ਉਸ ਤੋਂ ਬਾਅਦ ਸਵਈਏ ਪੜ੍ਹਦੇ ਹਾਂ, ਭੱਟਾਂ ਦੇ ਸਵਈਏ ਪੜ੍ਹਦੇ ਹਾਂ, ਬਾਬਾ ਫਰੀਦ ਸਾਹਿਬ, ਬਾਬਾ ਕਬੀਰ ਸਾਹਿਬ ਦੇ ਸ਼ਲੋਕ ਪੜ੍ਹਦੇ ਹਾਂ, ਵਾਰਾਂ ਤੇ ਵਧੀਕ ਸ਼ਲੋਕ ਪੜ੍ਹਦੇ ਹਾਂ, ਨੌਵੇਂ ਮਹੱਲੇ ਦੇ ਸ਼ਲੋਕ ਪੜ੍ਹਦੇ ਹਾਂ। ਇਹ ਸਾਰਾ ਹਿੱਸਾ ਰਾਗ ਮੁਕਤ ਬਾਣੀਆਂ ਦਾ ਹੈ। ਸੋ ਮੁੱਢਲੇ ਤੌਰ ਤੇ ਪੂਰਾ ਗੁਰੂ ਗ੍ਰੰਥ ਸਾਹਿਬ ਦੋ ਹਿੱਸਿਆਂ ਦੇ ਵਿੱਚ ਹੈ ਸਮਝਣ ਦੇ ਲਈ। ਇੱਕ ਰਾਗ ਬੱਧ ਹੈ, ਇੱਕ ਰਾਗ ਮੁਕਤ ਹੈ। ਵਾਰਾਂ ਜਿਹੜੀਆਂ ਹਨ ਉਹ ਰਾਗ ਬੱਧ ਹਿੱਸੇ ਦਾ ਇੱਕ ਅੰਗ ਹਨ। ਰਾਗ ਮੁਕਤ ਹਿੱਸੇ ਦੇ ਵਿੱਚ ਵਾਰਾਂ ਨਹੀਂ ਹਨ। ਵਾਰਾਂ ਅੰਗ ਹਨ ਰਾਗ ਬੱਧ ਹਿੱਸੇ ਦਾ। ਤੇ ਜਦੋਂ ਅਸੀਂ ਰਾਗਾਂ ਨੂੰ ਦੇਖਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਰਾਗ 31 ਹਨ। ਭਾਵ ਪੂਰੇ ਰਾਗਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ 31 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਭਾਵ ਆਪਾਂ ਇਉਂ ਵੀ ਕਹਿ ਸਕਦੇ ਹਾਂ ਕਿ ਰਾਗ ਵਾਲਾ ਹਿੱਸਾ, ਰਾਗ 'ਚ ਜੋ ਬਾਣੀ ਲਿਖੀ ਗਈ ਹੈ, ਉਸ ਪੂਰੇ ਹਿੱਸੇ ਨੂੰ ਗੁਰੂਦੇਵ ਪਾਤਸ਼ਾਹ ਜੀ ਨੇ ਬਾਣੀ ਦੇ ਮੁਤਲਕ, ਬਾਣੀ ਦੇ ਅਨੁਸਾਰ ਰਾਗਾਂ ਨੂੰ ਇੱਕ ਖਾਸ ਲੜੀ ਦੇ ਕੇ ਤੇ 31 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਹੈ। ਪਹਿਲਾ ਰਾਗ ਸ਼੍ਰੀ ਰਾਗ, ਮਾਝ ਰਾਗ, ਗੌੜੀ ਰਾਗ,
ਆਸਾ ਰਾਗ, ਇਵੇਂ ਇਹ ਲੜੀ ਚਲਦੀ ਚਲਦੀ ਅਖੀਰ ਤੇ ਜੈਜਾਵੰਤੀ ਰਾਗ ਅਸੀਂ ਪੜ੍ਹਦੇ ਹਾਂ। 31ਵਾਂ ਰਾਗ ਜੈਜਾਵੰਤੀ ਹੈ। ਹਰ ਇੱਕ ਰਾਗ ਦੇ ਵਿੱਚ ਇੱਕ ਲੜੀ ਹੈ। ਹਰ ਇੱਕ ਰਾਗ ਦੇ ਵਿੱਚ ਇੱਕ ਖਾਸ ਤਦਬੀਰ ਹੈ, ਇੱਕ ਲੜੀ ਹੈ, ਉਸ ਨੂੰ ਸਮਝੀਏ। ਹਰ ਇੱਕ ਰਾਗ 6 ਹਿੱਸਿਆਂ ਦੇ ਵਿੱਚ ਵੰਡਿਆ ਹੈ। ਪਹਿਲਾ ਹਿੱਸਾ ਹੈ ਪਦੇ। ਪਦੇ 5 ਤਰ੍ਹਾਂ ਦੇ ਹੋ ਸਕਦੇ ਹਨ। ਇੱਕ ਪਦਾ, ਦੋ ਪਦਾ, 30 ਪਦਾ, 4 ਪਦਾ, 5 ਪਦਾ। ਭਾਵ ਜਿਹੜਾ ਪਹਿਲਾ ਹਿੱਸਾ ਹੈ ਉਹ ਆਪਣੇ ਆਪ ਵਿੱਚ 5 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ। ਦੂਸਰਾ ਹਿੱਸਾ ਹੈ ਅਸ਼ਟਪਦੀ। ਤੀਜਾ ਹਿੱਸਾ ਹੈ ਸ਼ੰਤ। ਚੌਥਾ ਹਿੱਸਾ ਹੈ ਵਿਸ਼ੇਸ਼ ਬਾਣੀ। ਵਿਸ਼ੇਸ਼ ਬਾਣੀ ਤੋਂ ਮੇਰਾ ਭਾਵ ਹੈ ਕਿ ਕਿਸੇ ਰਾਗ ਵਿੱਚ ਕੋਈ ਬਾਣੀ ਆਉਂਦੀ ਹੈ ਤਾਂ ਉਹ ਸ਼ੰਤਾਂ ਤੋਂ ਬਾਅਦ ਆਏਗੀ। ਜਿਵੇਂ ਆਪ ਗੌੜੀ ਰਾਗ ਪੜ੍ਹਦੇ ਹੋ, ਉਸ ਰਾਗ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਆਉਂਦੀ ਹੈ ਤਾਂ ਸੁਖਮਨੀ ਸਾਹਿਬ ਦੀ ਬਾਣੀ ਸ਼ੰਤਾਂ ਤੋਂ ਬਾਅਦ ਆਏਗੀ। ਜਿੱਥੇ ਸ਼ੰਤ ਖਤਮ ਹੋਣਗੇ ਉਸ ਤੋਂ ਬਾਅਦ ਇਹ ਬਾਣੀ ਆਰੰਭ ਹੋਏਗੀ। ਹੋ ਸਕਦਾ ਇਸ ਤੋਂ ਪਹਿਲਾਂ ਵੀ ਕੋਈ ਬਾਣੀ ਹੋਵੇ, ਪਰ ਜਿਹੜੀ ਵਿਸ਼ੇਸ਼ ਬਾਣੀ ਹੈ ਉਹ ਸ਼ੰਤਾਂ ਦੀ ਸਮਾਪਤੀ ਤੇ ਆਏਗੀ। ਐਸਾ ਨਹੀਂ ਹੋ ਸਕਦਾ ਕਿ ਸ਼ੰਤਾਂ ਤੋਂ ਪਹਿਲਾਂ ਆ ਜਾਏ। ਜੇ ਉਸ ਰਾਗ ਵਿੱਚ ਸ਼ੰਤ ਹਨ ਤੇ ਬਾਣੀ ਉਸ ਤੋਂ ਬਾਅਦ ਹੀ ਆਏਗੀ। ਸੋ ਚੌਥਾ ਹਿੱਸਾ ਹੈ ਵਿਸ਼ੇਸ਼ ਬਾਣੀ। ਪੰਜਵਾਂ ਹਿੱਸਾ ਹੈ ਵਾਰ। ਭਾਵ ਜਦੋਂ ਵਿਸ਼ੇਸ਼ ਬਾਣੀ ਖਤਮ ਹੋ ਜਾਏਗੀ ਤੇ ਵਿਸ਼ੇਸ਼ ਬਾਣੀ ਦੇ ਖਤਮ ਹੋਣ ਤੋਂ ਬਾਅਦ ਹੀ ਉਸ ਰਾਗ ਦੀ ਵਾਰ ਆਏਗੀ। ਤੇ ਜਦੋਂ ਵਾਰ ਖਤਮ ਹੋ ਜਾਏਗੀ ਉਸ ਤੋਂ ਬਾਅਦ ਭਗਤਾਂ ਦੀ ਬਾਣੀ ਆਏਗੀ। ਛੇਵਾਂ ਹਿੱਸਾ। ਤੇ ਭਗਤਾਂ ਦੀ ਬਾਣੀ ਆਉਣ ਤੋਂ ਬਾਅਦ ਜਿੱਥੇ ਭਗਤਾਂ ਦੀ ਬਾਣੀ ਖਤਮ ਹੋ ਗਈ, ਸਮਝ ਲਓ ਇੱਕ ਰਾਗ ਮੁੱਕ ਗਿਆ ਹੈ। ਭਗਤਾਂ ਦੀ ਬਾਣੀ ਤੋਂ ਬਾਅਦ ਫਿਰ ਦੂਜਾ ਰਾਗ ਸ਼ੁਰੂ ਹੋਏਗਾ। ਫਿਰ ਉਹਦੇ ਵਿੱਚ ਫਿਰ ਇਹੀ ਤਰਤੀਬ ਸ਼ੁਰੂ ਹੋ ਜਾਏਗੀ। ਪਹਿਲਾਂ ਪਦੇ ਆਉਣਗੇ, ਫਿਰ ਅਸ਼ਟਪਦੀਆਂ ਆਉਣਗੀਆਂ, ਫਿਰ ਸ਼ੰਤ ਆਉਣਗੇ, ਫਿਰ ਵਿਸ਼ੇਸ਼ ਬਾਣੀ ਆਏਗੀ, ਫਿਰ ਵਾਰ ਆਏਗੀ, ਫਿਰ ਭਗਤਾਂ ਦੀ ਬਾਣੀ ਆਏਗੀ, ਰਾਗ ਖਤਮ ਹੋ ਜਾਏਗਾ, ਫਿਰ ਅਗਲਾ ਰਾਗ ਸ਼ੁਰੂ ਹੋਏਗਾ। ਸੋ ਇਹ ਇੱਕ ਰਾਗ ਦੀ ਇੱਕ ਬਣਾਈ ਹੋਈ ਲੜੀ ਹੈ। ਸੋ ਇਸ ਲੜੀ ਦੇ ਮੁਤਾਬਕ ਜਿਹੜੀ ਵਾਰ ਹੈ ਉਹ ਪੰਜਵੇਂ ਥਾਂ ਤੇ ਆਉਂਦੀ ਹੈ। ਇੱਥੇ ਮੈਂ ਇੱਕ ਗੱਲ ਜ਼ਰੂਰ ਸਾਂਝੀ ਕਰਾਂਗਾ ਕਿ ਕੁਝ ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਐਸੇ ਹਨ ਜਿਨ੍ਹਾਂ ਵਿੱਚ ਸ਼ੰਤ ਨਹੀਂ ਹਨ। ਜੇ ਸ਼ੰਤ ਨਹੀਂ ਹਨ, ਜਾਂ ਕੁਝ ਰਾਗ ਐਸੇ ਹਨ ਜਿਨ੍ਹਾਂ ਵਿੱਚ ਵਿਸ਼ੇਸ਼ ਬਾਣੀਆਂ ਨਹੀਂ, ਜੇ ਉਸ ਰਾਗ ਵਿੱਚ ਵਿਸ਼ੇਸ਼ ਬਾਣੀਆਂ ਨਹੀਂ ਤੇ ਫਿਰ ਵਾਰ ਪਹਿਲਾਂ ਆ ਸਕਦੀ ਹੈ। ਇਹ ਲੜੀ ਇਸ ਤਰ੍ਹਾਂ ਹੀ ਚੱਲਦੀ ਰਹੇਗੀ। ਫਿਰ ਇਸ ਲੜੀ ਦੇ ਵਿੱਚ ਇੱਕ ਖਾਸ ਲੜੀ ਹੋਰ ਹੈ। ਮੰਨ ਲਓ ਪਦੇ ਆਏ, ਪਹਿਲਾ ਹਿੱਸਾ। ਪਦਿਆਂ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਪਦੇ ਆਉਣਗੇ, ਫਿਰ ਗੁਰੂ ਅਮਰਦਾਸ ਦੇ ਆਉਣਗੇ, ਫਿਰ ਗੁਰੂ ਰਾਮਦਾਸ ਦੇ ਆਉਣਗੇ, ਫਿਰ ਗੁਰੂ ਅਰਜਨ ਸਾਹਿਬ ਦੇ ਆਉਣਗੇ। ਇਵੇਂ ਹੀ ਅਸ਼ਟਪਦੀਆਂ ਆਈਆਂ, ਪਹਿਲਾਂ ਗੁਰੂ ਨਾਨਕ ਸਾਹਿਬ ਦੀਆਂ ਆਉਣਗੀਆਂ, ਫਿਰ ਗੁਰੂ ਅਮਰਦਾਸ ਦੀਆਂ ਆਉਣਗੀਆਂ, ਫਿਰ ਗੁਰੂ ਰਾਮਦਾਸ ਦੀਆਂ ਆਉਣਗੀਆਂ, ਫਿਰ ਗੁਰੂ ਅਰਜਨ ਸਾਹਿਬ ਦੀਆਂ ਆਉਣਗੀਆਂ। ਜੇ ਸ਼ੰਤ ਆਏ ਤੇ ਸ਼ੰਤਾਂ ਵਿੱਚ ਵੀ ਇਸ ਤਰ੍ਹਾਂ ਹੀ ਹੈ। ਪਹਿਲਾਂ ਸ਼ੰਤ ਗੁਰੂ ਨਾਨਕ ਸਾਹਿਬ ਦੇ ਆਉਣਗੇ, ਫਿਰ ਗੁਰੂ ਅਮਰਦਾਸ ਦੇ ਆਉਣਗੇ, ਫਿਰ ਗੁਰੂ ਰਾਮਦਾਸ ਦੇ ਆਉਣਗੇ, ਫਿਰ ਗੁਰੂ ਅਰਜਨ ਸਾਹਿਬ ਦੇ ਆਉਣਗੇ। ਇਹ ਲੜੀ ਵੀ ਟੁੱਟੇਗੀ ਨਹੀਂ। ਸੋ ਇੱਕ ਲੜੀ ਦੇ ਵਿੱਚ ਦੂਜੀ ਲੜੀ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਵਾਰ ਦੀ। ਹੁਣ ਮੈਂ ਵਾਰ ਬਾਰੇ, ਵਾਰ ਕੀ ਹੈ? ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਲਿਖੇ ਹੋਏ ਰਾਗਾਂ ਦੇ ਵਿੱਚ ਰਾਗਾਂ ਦਾ ਉਹ ਪੰਜਵਾਂ ਹਿੱਸਾ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਗਿਣਤੀ ਦੇ ਵਿੱਚ 22 ਹਨ। 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਇਹ 22 ਵਾਰਾਂ ਜਿਹੜੀਆਂ ਹਨ ਇਹ ਦੋ ਹਿੱਸਿਆਂ 'ਚ ਵੰਡੀਆਂ ਹੋਈਆਂ ਨੇ। 20 ਵਾਰਾਂ ਉਹ ਹਨ ਜਿਨ੍ਹਾਂ ਦੀਆਂ ਪੌੜੀਆਂ ਦੇ ਨਾਲ ਸ਼ਲੋਕ ਹਨ, ਅਤੇ 2 ਵਾਰਾਂ ਉਹ ਹਨ ਜਿਨ੍ਹਾਂ ਦੀਆਂ ਪੌੜੀਆਂ ਦੇ ਨਾਲ ਸ਼ਲੋਕ ਨਹੀਂ। ਉਹ 2 ਵਾਰਾਂ ਹਨ
ਪਹਿਲੀ ਵਾਰ ਹੈ ਬਸੰਤ ਕੀ ਵਾਰ ਮਹਲ ਪੰਜਵਾਂ, ਬਸੰਤ ਰਾਗ ਦੇ ਵਿੱਚ। ਅਤੇ ਦੂਜੀ ਵਾਰ ਹੈ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਭਾਈ ਸਾਹਿਬ ਭਾਈ ਸੱਤਾ ਜੀ ਤੇ ਭਾਈ ਸਾਹਿਬ ਭਾਈ ਬਲਵੰਡ ਜੀ ਦੀ ਕਹੀ ਹੋਈ ਰਾਮਕਲੀ ਕੀ ਵਾਰ, ਉਹਦੇ ਵਿੱਚ ਵੀ ਕੱਲੀਆਂ ਪੌੜੀਆਂ ਹੀ ਹਨ, ਸ਼ਲੋਕ ਨਹੀਂ ਹਨ। ਹੁਣ ਇੱਥੇ ਮੈਂ ਇੱਕ ਗੱਲ ਜ਼ਰੂਰ ਸਾਂਝੀ ਕਰਾਂਗਾ। ਜਦੋਂ ਗੁਰੂ ਸਾਹਿਬ ਨੇ ਵਾਰਾਂ ਲਿਖੀਆਂ ਸਨ ਤਾਂ ਵਾਰਾਂ ਦਾ ਅਰਥ ਪੌੜੀਆਂ ਹੁੰਦਾ ਹੈ। ਵਾਰਾਂ ਦੀਆਂ ਪੌੜੀਆਂ ਦੇ ਨਾਲ ਸ਼ਲੋਕ ਨਹੀਂ ਸਨ, ਕੇਵਲ ਪੌੜੀਆਂ ਹੀ ਪੌੜੀਆਂ ਸਨ। ਜਿਵੇਂ ਹੁਣੇ ਮੈਂ ਸਰਲੇਖ ਪੜ੍ਹਿਆ, ਮੈਂ 2 ਵਾਰੀ ਮਹੱਲਾ ਤੀਜਾ ਪੜ੍ਹਿਆ। ਹੋ ਸਕਦਾ ਤੁਹਾਡੇ ਮਨ ਵਿੱਚ ਵੀ ਸ਼ੰਕਾ ਆ ਜਾਏ ਕਿ ਸ਼ਾਇਦ ਬਾਬਾ ਜੀ ਭੁੱਲ ਗਏ ਹੋਣਗੇ, ਪਹਿਲਾਂ ਪੜ੍ਹ ਦਿੱਤਾ ਮਹੱਲਾ ਤੀਜਾ, ਫਿਰ ਪੜ੍ਹ ਦਿੱਤਾ ਸ਼ਲੋਕ ਮਹੱਲਾ ਤੀਜਾ। ਨਹੀਂ, ਇਸ ਸਰਲੇਖ ਨੂੰ ਥੋੜਾ ਜਿਹਾ ਸਮਝਣਾ। ਜਿਹੜਾ ਮੈਂ ਪਹਿਲਾਂ ਪੜ੍ਹਿਆ ਮਹੱਲਾ ਤੀਜਾ, ਇਹਦਾ ਮਤਲਬ ਹੈ, ਮੈਂ ਸਰਲੇਖ ਨੂੰ ਦੁਬਾਰਾ ਪੜ੍ਹ ਰਿਹਾ, ਵਾਰ ਸੂਹੀ ਕੀ ਸ਼ਲੋਕਾਂ ਨਾਲ ਮਹੱਲਾ ਤੀਜਾ, ਫਿਰ ਆਉਂਦਾ ਹੈ ਸ਼ਲੋਕ ਮਹੱਲਾ ਤੀਜਾ। ਇਹ 2 ਵਾਰੀ ਲਿਖਿਆ ਹੋਇਆ, ਪਹਿਲਾਂ ਲਿਖਿਆ ਹੋਇਆ ਮਹੱਲਾ ਤੀਜਾ, ਫਿਰ ਲਿਖਿਆ ਹੋਇਆ ਸ਼ਲੋਕ ਮਹੱਲਾ ਤੀਜਾ। ਇਹਦਾ ਕੀ ਭਾਵ ਹੈ? ਜੋ ਪਹਿਲਾਂ ਲਿਖਿਆ ਮਹੱਲਾ ਤੀਜਾ, ਉਹਦਾ ਮਤਲਬ ਹੈ ਇਸ ਵਾਰ ਵਿੱਚ ਜਿੰਨੀਆਂ ਵੀ ਪੌੜੀਆਂ ਨੇ, ਭਾਵ ਇਹ ਜਿਹੜੀ ਵਾਰ ਹੈ ਇਹ ਤੀਜੇ ਪਾਤਸ਼ਾਹ ਦੀ ਹੈ। ਤੇ ਵਾਰ ਜਦੋਂ ਅੱਗੇ ਲਿਖਿਆ ਹੈ ਸ਼ਲੋਕ ਮਹੱਲਾ ਤੀਜਾ, ਜਿਹੜਾ ਸ਼ਲੋਕ ਸ਼ੁਰੂ ਹੋ ਰਿਹਾ, ਭਾਵ ਜਿਹੜੇ ਸ਼ਲੋਕ ਨੂੰ ਮੈਂ ਤੁਹਾਨੂੰ ਪਾਠ ਦੇ ਦੁਆਰਾ ਸੁਣਾਇਆ, ਉਹ ਸ਼ਲੋਕ ਵੀ ਤੀਜੇ ਪਾਤਸ਼ਾਹ ਦਾ ਹੀ ਲਿਖਿਆ ਹੋਇਆ। ਇਹਦਾ ਮਤਲਬ ਇਹ ਹੈ, ਭਾਵ ਜਿਹੜਾ ਮਹੱਲਾ ਤੀਜਾ ਵਾਰ ਦੇ ਨਾਲ ਪੜ੍ਹਦੇ ਆ, ਉਹਦਾ ਮਤਲਬ ਇਹ ਹੁੰਦਾ ਹੈ ਕਿ ਇਸ ਵਾਰ ਵਿੱਚ ਜਿੰਨੀਆਂ ਵੀ ਪੌੜੀਆਂ ਨੇ ਉਹ ਕਿਹੜੇ ਪਾਤਸ਼ਾਹ ਦੀਆਂ ਲਿਖੀਆਂ ਹੋਈਆਂ। ਜਿਵੇਂ ਪੜ੍ਹਿਆ ਵਾਰ ਸੂਹੀ ਕੀ ਸ਼ਲੋਕਾਂ ਨਾਲ ਮਹੱਲਾ ਤੀਜਾ, ਇਹਦਾ ਮਤਲਬ ਹੈ ਇਹ ਤੀਜੇ ਪਾਤਸ਼ਾਹ ਦੀ ਵਾਰ ਹੈ। ਤੇ ਵਾਰ ਦਾ ਮਤਲਬ ਹੁੰਦਾ ਪੌੜੀਆਂ, ਕਿਉਂਕਿ ਪੌੜੀਆਂ ਜਿੱਥੇ ਵੀ ਲਿਖੀਆਂ ਆਉਂਦੀਆਂ ਨੇ, ਪੌੜੀਆਂ ਦੇ ਅੱਗੇ ਇਹ ਲਿਖਿਆ ਨਹੀਂ ਆਉਂਦਾ ਮਹੱਲਾ ਪਹਿਲਾ ਹੈ, ਮਹੱਲਾ ਦੂਜਾ ਹੈ, ਮਹੱਲਾ ਤੀਜਾ ਹੈ। ਸ਼ਲੋਕਾਂ ਦੇ ਨਾਲ ਲਿਖਿਆ ਮਿਲੇਗਾ। ਜਦੋਂ ਤੁਸੀਂ ਕੋਈ ਵੀ ਸ਼ਲੋਕ ਗੁਰਬਾਣੀ ਚੋਂ ਪੜ੍ਹੋ, ਉਹਦੇ ਨਾਲ ਲਿਖਿਆ ਜ਼ਰੂਰ ਮਿਲੇਗਾ ਸ਼ਲੋਕ ਮਹੱਲਾ ਪਹਿਲਾ, ਸ਼ਲੋਕ ਮਹੱਲਾ ਦੂਜਾ, ਸ਼ਲੋਕ ਮਹੱਲਾ ਤੀਜਾ। ਪਰ ਜਦੋਂ ਪੌੜੀ ਪੜ੍ਹੋਗੇ, ਪੌੜੀ ਦੇ ਨਾਲ ਕਦੀ ਵੀ ਲਿਖਿਆ ਨਹੀਂ ਮਿਲੇਗਾ ਇਹ ਮਹੱਲਾ ਪਹਿਲਾ ਹੈ, ਮਹੱਲਾ ਦੂਜਾ ਹੈ। ਕਿਉਂਕਿ ਪੌੜੀ ਦੱਸਣ ਵਾਸਤੇ ਕਿ ਪੌੜੀ ਕਿਹੜੇ ਗੁਰੂ ਦੀ ਹੈ, ਇਹਦੇ ਲਈ ਪਹਿਲਾਂ ਹੀ ਲਿਖ ਦਿੱਤਾ ਜਾਂਦਾ ਹੈ ਮਹੱਲਾ ਪਹਿਲਾ। ਜਿਵੇਂ ਅਸੀਂ ਆਸਾ ਕੀ ਵਾਰ ਪੜ੍ਹਦੇ ਹਾਂ, ਆਸਾ ਕੀ ਵਾਰ ਆਰੰਭ ਹੁੰਦੀ ਹੈ, ਆਸਾ ਕੀ ਵਾਰ ਮਹੱਲਾ ਪਹਿਲਾ। ਟੁੰਡੈ ਅਸ ਰਾਜੈ ਕੀ ਧੁਨੀ, ਉਹਦੇ ਨਾਲ ਇੱਕ ਚੀਜ਼ ਹੋਰ ਨਾਲ ਲਿਖੀ ਹੁੰਦੀ ਹੈ, ਵਾਰ ਸ਼ਲੋਕਾਂ ਨਾਲ ਪਹਿਲਾਂ। ਜਿਵੇਂ ਇਹਦੇ 'ਚ ਲਿਖਿਆ ਆਇਆ ਵਾਰ ਸ਼ਲੋਕਾਂ ਨਾਲ, ਇਹਦਾ ਭਾਵ ਇਹ ਬਣਦਾ ਹੈ ਕਿ ਇਸ ਵਾਰ ਵਿੱਚ ਜਿਹੜੀਆਂ ਪੌੜੀਆਂ ਨੇ ਉਹ ਵੀ ਤੀਜੇ ਪਾਤਸ਼ਾਹ ਦੀਆਂ ਨੇ, ਤੇ ਜਿਹੜੇ ਸ਼ਲੋਕ ਨੇ ਬਹੁਤੇ ਉਹ ਵੀ ਤੀਜੇ ਪਾਤਸ਼ਾਹ ਦੇ ਨੇ। ਇਹਦਾ ਭਾਵ ਇਹ ਬਣਦਾ ਹੈ। ਸੋ ਖੈਰ, ਮੁੱਢਲੀ ਜੀ ਵਿਚਾਰ, ਉੱਪਰਲੀ ਵਿਚਾਰ ਇਹ ਹੈ ਕਿ ਪੌੜੀ ਤੋਂ ਭਾਵ ਵਾਰ ਹੈ। ਵਾਰ ਦੀਆਂ ਕੇਵਲ ਪੌੜੀਆਂ ਹੁੰਦੀਆਂ ਨੇ, ਫਿਰ ਉਹਨਾਂ ਪੌੜੀਆਂ ਦੀ ਵਿਆਖਿਆ ਦੇ ਲਈ ਉਹਦੇ ਨਾਲ ਸ਼ਲੋਕ ਲਿਖੇ ਜਾਂਦੇ ਹਨ। ਇਹ ਲੜੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਵਕਤ ਬਣਾਈ ਜਦੋਂ ਉਹਨਾਂ ਨੇ ਭਾਈ ਗੁਰਦਾਸ ਜੀ ਅਤੇ ਹੋਰ ਲਿਖਾਰੀਆਂ ਦੇ ਕੋਲੋਂ ਆਦਿ ਬੀੜ ਦੀ ਸੰਪਾਦਨਾ ਕਰਵਾਈ ਗਈ। ਜੋ ਮੈਂ ਪਿੱਛੇ ਦੱਸ ਕੇ ਆਇਆ, ਜੋ ਮੈਂ ਪੂਰਾ ਸਟਰਕਚਰ ਤੁਹਾਨੂੰ ਪਿੱਛੇ ਦੱਸਿਆ ਹੈ ਕਿ ਗੁਰੂ ਗ੍ਰੰਥ ਸਾਹਿਬ 2 ਹਿੱਸਿਆਂ 'ਚ ਵੰਡਿਆ ਹੈ, ਰਾਗ 31 ਹਿੱਸਿਆਂ 'ਚ ਵੰਡੇ ਨੇ, ਹਰ ਇੱਕ ਰਾਗ 6 ਹਿੱਸਿਆਂ 'ਚ ਵੰਡਿਆ ਹੈ। ਇਹ ਸਾਰੀ ਤਰਤੀਬ ਜਿਹੜੀ ਹੈ ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਗੁਰਦਾਸ ਦੇ ਕੋਲੋਂ ਬਣਵਾਈ, ਤੇ ਭਾਈ ਗੁਰਦਾਸ ਤੇ ਹੋਰ ਵਿਦਵਾਨਾਂ ਨੇ ਇਹਨਾਂ ਨੂੰ ਲਿਖਿਆ। ਤੇ ਉਸ ਤੋਂ ਬਾਅਦ ਵਾਰਾਂ ਦਾ ਜੋ ਸਟਰਕਚਰ ਅਸੀਂ ਪੜ੍ਹਦੇ ਹਾਂ, ਜੋ ਤਰਤੀਬ ਪੜ੍ਹਦੇ ਹਾਂ, ਇਹ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਬਣਾਈ। ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਵਾਰਾਂ ਕੇਵਲ ਪੌੜੀਆਂ ਹੀ ਹੁੰਦੀਆਂ ਸਨ। ਵਾਰਾਂ ਦੀਆਂ ਪੌੜੀਆਂ ਨਾਲ ਸ਼ਲੋਕ ਨਹੀਂ ਸਨ ਹੁੰਦੇ, ਕੇਵਲ ਪੌੜੀਆਂ ਹੀ ਸਨ। ਉਹਨਾਂ ਨੇ ਇਹ ਤਰਤੀਬ ਬਣਾ ਕੇ 20 ਵਾਰਾਂ ਦੀਆਂ ਪੌੜੀਆਂ ਦੇ ਨਾਲ ਸ਼ਲੋਕ ਦਰਜ ਕਰ ਦਿੱਤੇ। ਤੇ ਜਿਹੜੇ ਸ਼ਲੋਕ ਵੱਧ ਗਏ,
ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਭ ਤੋਂ ਅਖੀਰ ਤੇ ਇਸ ਸਰਲੇਖ ਹੇਠ ਦਰਜ ਕਰ ਦਿੱਤਾ। ਜਦੋਂ ਸਾਡੇ ਘਰੇ ਗੁਰਬਾਣੀ ਪਾਠ ਦੀ ਸਮਾਪਤੀ ਹੁੰਦੀ ਹੈ, ਚਾਹੇ ਅਖੰਡ ਪਾਠ ਹੋਏ ਚਾਹੇ ਸਹਿਜ ਪਾਠ ਹੋਏ, ਤਾਂ ਉਥੇ ਅਖੀਰ ਤੇ ਸ਼ਲੋਕ ਪੜ੍ਹੇ ਜਾਂਦੇ ਹਨ, ਸ਼ਲੋਕ ਵਾਰਾਂ ਤੇ ਵਧੇਕ। ਉਹਦਾ ਮਤਲਬ ਇਹ ਹੈ ਕਿ ਜਿਹੜੇ ਸ਼ਲੋਕ ਵਾਰਾਂ ਤੋਂ ਵੱਧ ਗਏ ਹਨ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਤੇ ਦਰਜ ਕੀਤਾ। ਉਹਦੇ 'ਚ ਕਿਹੜੇ ਕਿਹੜੇ ਸ਼ਲੋਕ ਹਨ? ਉਹਦੇ 'ਚ ਹਨ ਮਹੱਲੇ ਪਹਿਲੇ ਦੇ, ਉਹਦੇ 'ਚ ਹਨ ਮਹੱਲੇ ਤੀਜੇ ਦੇ, ਉਹਦੇ 'ਚ ਹਨ ਮਹੱਲੇ ਚੌਥੇ ਦੇ, ਉਹਦੇ 'ਚ ਹਨ ਮਹੱਲੇ ਪੰਜਵੇਂ ਦੇ, ਤੇ ਉਹਦੇ 'ਚ ਹਨ ਮਹੱਲੇ ਨੌਵੇਂ ਦੇ। ਭਾਵ 5 ਗੁਰੂ ਸਾਹਿਬਾਨਾਂ ਦੇ ਸ਼ਲੋਕ ਜਿਹੜੇ ਵਾਰਾਂ ਤੋਂ ਵੱਧ ਗਏ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਤੇ ਦਰਜ ਕਰ ਦਿੱਤਾ ਗਿਆ। ਬਾਕੀ ਜਿਹੜੇ ਸ਼ਲੋਕ ਵਿਆਖਿਆ ਦੇ ਵਿੱਚ ਸਹੀ ਸਨ ਉਹਨਾਂ ਨੂੰ ਪੌੜੀਆਂ ਦੇ ਨਾਲ ਜੋੜ ਕੇ ਗੁਰੂ ਸਾਹਿਬ ਜੀ ਨੇ ਪੌੜੀਆਂ ਦੇ ਨਾਲ ਲਿਖ ਦਿੱਤਾ। ਕਿਸੇ ਪੌੜੀ ਨਾਲ 1 ਸ਼ਲੋਕ ਹੈ, ਕਿਸੇ ਪੌੜੀ ਨਾਲ 2 ਸ਼ਲੋਕ ਹੈ, ਕਿਸੇ ਨਾਲ 3 ਵੀ ਹਨ, ਕਿਸੇ ਨਾਲ 4 ਵੀ ਹਨ। ਇਹ ਗਿਣਤੀ ਮੁਕਰਰ ਨਹੀਂ ਹੈ ਕਿ ਕਿਸੇ ਪੌੜੀ ਦੇ ਨਾਲ ਕਿੰਨੇ ਸ਼ਲੋਕ ਹੋਣਗੇ। ਸੋ ਇੱਥੋਂ ਇੱਕ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸਾਨੂੰ ਵਾਰਾਂ ਦੀ ਵਿਚਾਰ ਜਿਹੜੀ ਹੈ ਉਹ ਪੌੜੀਆਂ ਤੋਂ ਸ਼ੁਰੂ ਕਰਨੀ ਚਾਹੀਦੀ ਹੈ, ਤੇ ਪੌੜੀਆਂ ਤੋਂ ਵਿਚਾਰ ਨੂੰ ਸ਼ੁਰੂ ਕਰਕੇ ਤੇ ਉਹਦੀ ਵਿਆਖਿਆ ਦੇ ਵਿੱਚ ਸ਼ਲੋਕਾਂ ਨੂੰ ਲੈਣਾ ਚਾਹੀਦਾ ਹੈ। ਜਿਵੇਂ ਅਸੀਂ ਕਿਸੇ ਸ਼ਬਦ ਦੀ ਵਿਚਾਰ ਕਰਦੇ ਹਾਂ, ਜਿਹੜੇ ਅਸ਼ਟਪਦੀ ਚਾਹੁੰਦੇ ਨੇ, ਛੰਤ ਚਾਹੁੰਦੇ ਨੇ ਜਾਂ ਪਦਿਆਂ ਚਾਹੁੰਦੇ ਨੇ, ਤੇ ਅਸੀਂ ਉੱਥੇ ਇਹ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਵਿਚਾਰ ਰਹਾਉ ਵਾਲੇ ਬੰਦ ਤੋਂ ਸ਼ੁਰੂ ਕੀਤੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਰਹਾਉ ਵਾਲਾ ਬੰਦ ਹੈ ਉਹ ਸ਼ਬਦ ਦਾ ਕੇਂਦਰੀ ਭਾਵ ਹੈ। ਇਵੇਂ ਹੀ ਜਦੋਂ ਅਸੀਂ ਇੱਕ ਪੌੜੀ ਪੜ੍ਹਦੇ ਹਾਂ ਤੇ ਪੌੜੀ ਨਾਲ ਸ਼ਲੋਕ ਪੜ੍ਹਦੇ ਹਾਂ, ਕਈ ਵਾਰ ਇਹ 5-5 ਸ਼ਬਦ ਹੋ ਜਾਂਦੇ ਨੇ, 4-4 ਸ਼ਬਦ ਹੋ ਜਾਂਦੇ ਨੇ। ਫਿਰ ਉੱਥੇ ਕਿਵੇਂ ਅੰਦਾਜ਼ਾ ਲਾਇਆ ਜਾਏ ਕਿ ਵਿਚਾਰ ਕਿੱਥੋਂ ਸ਼ੁਰੂ ਕੀਤੀ ਜਾਏ, ਕੇਂਦਰੀ ਭਾਵ ਲੜੀ ਕਿੱਥੋਂ ਸ਼ੁਰੂ ਹੁੰਦੀ ਹੈ, ਜਿਸ ਲੜੀ ਦੀ ਮੈਂ ਗੱਲ ਕਰ ਰਿਹਾ ਸਾਂ। ਸੋ ਬਹੁਤੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ, ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਜੀ ਜਾਂ ਸਿੰਘ ਸਭਾ ਦੇ ਬਹੁਤੇ ਵਿਦਵਾਨ ਜਿਨ੍ਹਾਂ ਨੇ ਸਿੰਘ ਸਭਾ ਦੇ ਤਰੀਕੇ ਦੇ ਨਾਲ, ਭਾਵ ਸਿੰਘ ਸਭਾਈ ਤਰੀਕੇ ਦੇ ਨਾਲ ਗੁਰਬਾਣੀ ਦੀ ਵਿਆਖਿਆ ਕੀਤੀ ਹੈ। ਉਹ ਕਹਿੰਦੇ ਹਨ ਕਿ ਪੌੜੀ ਤੋਂ ਵਿਚਾਰ ਨੂੰ ਸ਼ੁਰੂ ਕਰੋ, ਉਸ ਵਿਚਾਰ ਨਾਲ ਸ਼ਲੋਕਾਂ ਨੂੰ ਜੋੜੋ। ਪਹਿਲਾਂ ਪਹਿਲੇ ਸ਼ਲੋਕ ਨੂੰ ਜੋੜੋ, ਫਿਰ ਦੂਜੇ ਸ਼ਲੋਕ ਨੂੰ ਜੋੜੋ, ਜਿੰਨੇ ਵੀ ਸ਼ਲੋਕ ਹਨ ਉਹਦੇ ਨਾਲ ਜੋੜ ਕੇ ਤੇ ਇੱਕ ਨਿਚੋੜ ਕੱਢੋ ਕਿ ਇਸ ਪੌੜੀ 'ਚ ਗੁਰੂ ਜੀ ਕੀ ਕਹਿੰਦੇ ਹਨ ਤੇ ਸ਼ਲੋਕਾਂ 'ਚ ਕੀ ਕਹਿੰਦੇ ਹਨ। ਆਪਸ ਵਿੱਚ ਇੱਕ ਅੰਤਰ ਸੰਬੰਧ ਹੈ। ਤੇ ਜੇ ਅਸੀਂ ਪੌੜੀ ਨੂੰ ਅਲੱਗ ਕਰ ਦਈਏ, ਸ਼ਲੋਕਾਂ ਨੂੰ ਅਲੱਗ ਕਰ ਦਈਏ, ਤੇ ਹੋ ਸਕਦਾ ਅਸੀਂ ਉਹਦੇ 'ਚ ਜੁੜੇ ਹੋਏ ਅੰਤਰ ਸੰਬੰਧ ਨੂੰ ਨਹੀਂ ਜੋੜ ਸਕਾਂਗੇ। ਅਖੀਰਲੀ ਗੱਲ ਕਹਿ ਕੇ ਮੈਂ ਅੱਜ ਦੀ ਵਿਚਾਰ ਆਰੰਭ ਕਰਾਂਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅੰਦਰ ਕੁਝ ਵਾਰਾਂ ਐਸੀਆਂ ਹਨ ਜਿਨ੍ਹਾਂ ਦੇ ਉੱਪਰ ਧੁਨੀਆਂ ਵੀ ਦਰਜ ਹਨ। ਜਿਵੇਂ ਅਸੀਂ ਆਸਾ ਕੀ ਵਾਰ ਪੜ੍ਹਦੇ ਹਾਂ, ਉਹਦੇ ਉੱਪਰ ਲਿਖਿਆ ਹੁੰਦਾ ਟੁੰਡੇ ਅਸ ਰਾਜੈ ਕੀ ਧੁਨੀ। ਜਾਂ ਕੁਝ ਹੋਰ ਵਾਰਾਂ ਨੇ, ਜਿਵੇਂ ਅਸੀਂ ਮਾਝ ਕੀ ਵਾਰ ਪੜ੍ਹਦੇ ਹਾਂ, ਮਾਝ ਕੀ ਵਾਰ ਦੇ ਉੱਪਰ ਵੀ ਧੁਨੀ ਲਿਖੀ ਆਉਂਦੀ ਹੈ, ਮਲਕ ਮਰੀਦ ਤਥਾ ਚੰਦਰਹੜਾ ਕੀ ਧੁਨੀ। ਕੁਝ ਧੁਨੀਆਂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ, ਵਾਰਾਂ ਦੇ ਉੱਪਰ ਦਰਜ ਹਨ। ਇਹਦੇ ਬਾਰੇ ਸਾਡੇ ਪੰਥ ਵਿੱਚ 2 ਤਰ੍ਹਾਂ ਦੀ ਵਿਚਾਰ ਹੈ। ਕੁਝ ਸੱਜਣ ਕਹਿੰਦੇ ਹਨ ਕਿ ਇਹ ਧੁਨੀਆਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਹੀ ਦਰਜ ਕੀਤੀਆਂ ਹਨ। ਕੁਝ ਸੱਜਣ ਇਹ ਕਹਿੰਦੇ ਹਨ ਕਿ ਜਦੋਂ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਭਾਵ ਅਕਾਲ ਬੂੰਗਾ ਦੀ ਸਿਰਜਣਾ ਕੀਤੀ ਹੈ, ਤੇ ਉਸ ਤੋਂ ਬਾਅਦ ਢਾਡੀਆਂ ਨੂੰ ਸਿੱਖ ਪੰਥ ਦੇ ਅੰਦਰ ਅਹਿਮ ਜਗ੍ਹਾ ਦਿੱਤੀ ਹੈ, ਤੇ ਉਹਨਾਂ ਨੇ ਆਪ ਆਪਣੀ ਰਹਿਨਮਾਈ ਦੇ ਹੇਠ ਇਹਨਾਂ ਵਾਰਾਂ ਦੇ ਉੱਪਰ ਧੁਨੀਆਂ ਨੂੰ ਦਰਜ ਕੀਤਾ ਹੈ। ਸੋ ਨਿਚੋੜ ਇਹ ਹੈ, ਚਾਹੇ 5ਵੇਂ ਪਾਤਸ਼ਾਹ ਨੇ ਦਰਜ ਕੀਤਾ ਹੈ, ਚਾਹੇ 6ਵੇਂ ਪਾਤਸ਼ਾਹ ਨੇ ਦਰਜ ਕੀਤਾ ਹੈ, ਸਾਡੇ ਵਾਸਤੇ ਮਾਣ ਵਾਲੀ ਗੱਲ ਇਹ ਹੈ ਕਿ ਸਾਡੇ ਗੁਰੂ ਦੇ ਕੋਲ ਸਭ ਅਖਤਿਆਰ ਨੇ। ਉਹ ਬਾਣੀ ਵਿੱਚ ਕੁਝ ਵੀ ਵੱਧ ਘੱਟ ਕਰ ਸਕਦੇ ਹਨ। ਸਾਨੂੰ ਇਸ ਬਹਿਸ 'ਚ ਨਹੀਂ ਪੈਣਾ ਚਾਹੀਦਾ ਕਿ 5ਵੇਂ ਪਾਤਸ਼ਾਹ ਨੇ ਕੀਤਾ ਜਾਂ 6ਵੇਂ ਪਾਤਸ਼ਾਹ ਨੇ ਕੀਤਾ, ਜੋਤ ਇੱਕ ਹੀ ਹੈ। ਅਸੀਂ ਇਹ ਗੱਲ ਜਦੋਂ ਪੜ੍ਹਦੇ ਹਾਂ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਤੇ ਕੋਈ ਫਰਕ ਨਹੀਂ
ਚਾਹੇ ਉਹ ਕੰਮ ਗੁਰੂ ਅਰਜਨ ਸਾਹਿਬ ਨੇ ਕੀਤਾ ਹੈ, ਚਾਹੇ ਉਹ ਕੰਮ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ ਹੈ, ਕੀਤਾ ਗੁਰੂ ਜੋਤ ਨੇ ਹੈ। ਜੋ ਕਾਰਜ ਗੁਰੂ ਜੋਤ ਨੇ ਬਾਣੀ 'ਚ ਕੀਤਾ ਹੈ ਉਹ ਸਾਨੂੰ ਸਿਰ ਮੱਥੇ ਪ੍ਰਵਾਨ ਹੈ। ਪਰ ਜੋ ਬਾਣੀ ਦੇ ਨਾਲ ਛੇੜਛਾੜ ਜਾਂ ਇਉਂ ਕਹਿ ਲਓ ਬਾਣੀ ਦੇ ਵਿੱਚ ਬਦਲਾਅ ਗੁਰੂ ਜੋਤ ਤੋਂ ਬਾਹਰ ਕਿਸੇ ਹੋਰ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹ ਸਿੱਖ ਨੂੰ ਪ੍ਰਵਾਨ ਨਹੀਂ। ਉਹਦੇ ਬਾਰੇ ਸਿੱਧਾ ਸਿੱਧਾ ਬਾਣੀ ਦੇ ਵਿੱਚ ਜ਼ਿਕਰ ਹੈ, ਜਿਨ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ। ਜਿਨ੍ਹਾਂ ਨੇ ਆਪਣੇ ਗੁਰੂ ਨੂੰ ਲੁਕਾ ਦਿੱਤਾ ਉਹ ਬੰਦੇ ਬੜੇ ਬੁਰੇ ਨੇ, ਭਾਵ ਗੁਰੂ ਦੇ ਨਾਲ ਹੇਰਾਫੇਰੀ ਕੀਤੀ ਉਹ ਬੰਦੇ ਬੜੇ ਦੁਸ਼ਟ ਨੇ। ਜਿਨ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਹਰ ਤਿਨ ਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਤਿਆਰੀ। ਗੁਰੂ ਨੇ ਉਹਨਾਂ ਨੂੰ ਪਾਪੀ ਤੇ ਹਤਿਆਰੇ ਆਖਿਆ। ਖੈਰ, ਇਹ ਵਿਚਾਰ ਸੀ ਵਾਰ ਦੀ ਤਰਤੀਬ ਬਾਰੇ। ਸੋ ਮੈਂ ਤੁਹਾਡੇ ਸਾਹਮਣੇ ਸ਼ਲੋਕ ਪੜ੍ਹਿਆ ਸੀਗਾ, ਪਰ ਅਸੀਂ ਜਿਵੇਂ ਸਿੰਘ ਸਭਾ ਦੀ ਇੱਕ ਲਹਿਰ ਦੇ ਵਿੱਚ ਇਹ ਵਿਚਾਰ ਨੂੰ ਸਾਡੇ ਵਿਦਵਾਨਾਂ ਨੇ ਲਿਖਿਆ। ਅੱਜ ਤੋਂ ਇਹ ਸੂਹੀ ਕੀ ਵਾਰ ਦੀ ਵਿਚਾਰ ਆਰੰਭ ਹੋ ਰਹੀ ਹੈ, ਜੋ ਰਾਗਾਂ ਦੇ ਵਿੱਚ ਪੰਜਵਾਂ ਹਿੱਸਾ ਹੈ। ਸੋ ਮੈਂ ਸਰਲੇਖ ਤੋਂ ਥੋੜਾ ਜਿਹਾ ਵਿਆਖਿਆ ਕਰਕੇ ਤੇ ਉਸ ਤੋਂ ਬਾਅਦ ਅਸੀਂ ਪੌੜੀ ਤੋਂ ਵਿਚਾਰ ਆਰੰਭ ਕਰਕੇ ਸ਼ਲੋਕਾਂ ਨੂੰ ਨਾਲ ਜੋੜ ਕੇ ਤੇ ਇਸ ਪੌੜੀ ਦੇ ਨਿਚੋੜ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰਾਂਗੇ। ਸੋ ਇਹ ਵਾਰ ਆਰੰਭ ਹੁੰਦੀ ਹੈ, ਏਕ ਓੰਕਾਰ ਸਤਿਗੁਰ ਪ੍ਰਸਾਦ। ਪਰਮੇਸ਼ਰ ਇੱਕ ਹੈ, ਉਹ ਇੱਕ ਰਸ ਵਿਆਪਕ ਹੈ, ਉਹ ਸੱਚ ਹੈ ਤੇ ਗੁਰੂ ਦੀ ਕਿਰਪਾ ਨਾਲ ਉਸ ਦੀ ਲੋ ਸਾਨੂੰ ਮਹਿਸੂਸ ਹੁੰਦੀ ਹੈ। ਵਾਰ ਸੂਹੀ ਕੀ, ਇਹ ਵਾਰ ਸੂਹੀ ਰਾਗ ਦੀ ਹੈ। ਸ਼ਲੋਕਾਂ ਨਾਲ, ਇਹਦੇ ਨਾਲ ਸ਼ਲੋਕ ਵੀ ਹਨ। ਮੈਂ ਪਹਿਲਾਂ ਵੀ ਜ਼ਿਕਰ ਕਰ ਆਇਆ, ਇਹ ਸਰਲੇਖ ਕਿਉਂ ਲਿਖਿਆ ਗਿਆ ਸ਼ਲੋਕਾਂ ਨਾਲ। ਇਹਦਾ ਮਤਲਬ ਇਹ ਜਿਹੜਾ ਮੈਂ ਪਹਿਲਾਂ ਦੱਸ ਕੇ ਆਇਆ ਕਿ ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਨਹੀਂ ਸੀ ਬਣੀ, ਆਦ ਬੀੜ ਨਹੀਂ ਸੀ ਬਣੀ, ਉਦੋਂ ਵਾਰਾਂ ਦੀਆਂ ਪੌੜੀਆਂ ਨਾਲ ਸ਼ਲੋਕ ਨਹੀਂ ਸੀ ਹੁੰਦੇ, ਕੇਵਲ ਪੌੜੀਆਂ ਹੁੰਦੀਆਂ ਸੀਗੀਆਂ। ਸ਼ਲੋਕ ਅਲੱਗ ਹੁੰਦੇ ਸੀ, ਪੌੜੀਆਂ ਅਲੱਗ ਹੁੰਦੀਆਂ ਸੀਗੀਆਂ। ਇਹ ਤਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਅਣਥੱਕ ਮਿਹਨਤ ਕੀਤੀ ਹੈ, ਭਾਈ ਗੁਰਦਾਸ ਜੀ ਹੁਣਾਂ ਨੇ ਅਣਥੱਕ ਮਿਹਨਤ ਕੀਤੀ ਹੈ ਤੇ ਹਰ ਇੱਕ ਪੌੜੀ ਦੇ ਨਾਲ ਮਿਲਦੇ ਸ਼ਲੋਕ ਦਰਜ ਕੀਤੇ ਨੇ। ਤੁਸੀਂ ਧਿਆਨ ਨਾਲ ਪੜ੍ਹਿਓ। ਜਦੋਂ ਕੋਈ ਵਾਰ ਖਤਮ ਹੁੰਦੀ ਹੈ, ਵਾਰ ਦੇ ਖਤਮ ਹੋਣ ਤੇ ਇੱਕ ਸ਼ਬਦ ਪੜਿਆ ਜਾਂਦਾ ਹੈ। ਆਸਾ ਕੀ ਵਾਰ ਤੁਸੀਂ ਦਰਬਾਰ ਸਾਹਿਬ ਤੋਂ ਸੁਣਦੇ ਹੋ। ਜਦੋਂ ਅਖੀਰ ਤੇ ਆਸਾ ਕੀ ਵਾਰ ਖਤਮ ਹੋਏ, ਧਿਆਨ ਦੇਣਾ, ਅਖੀਰਲੀ ਪੌੜੀ ਜਦੋਂ ਰਾਗੀ ਸਿੰਘ ਪੜਨ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਇਹ ਪੌੜੀ ਜਿੱਥੇ ਖਤਮ ਹੋਏਗੀ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਏ, ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਸੋ ਕਰੇ ਜੇ ਤਿਸੈ ਰਜ਼ਾਏ। ਇਹ ਤੋਂ ਬਾਅਦ ਇੱਕ ਲਫ਼ਜ਼ ਜੋ ਪੜ੍ਹਦੇ ਨੇ ਸ਼ੁੱਧ, ਰਾਗੀ ਸਿੰਘ ਉਹਨੂੰ ਨਖੇੜ ਕੇ ਪੜ੍ਹਦੇ ਨੇ। ਕਦੀ ਦਰਬਾਰ ਸਾਹਿਬ ਤੋਂ ਧਿਆਨ ਨਾਲ ਸੁਣਨਾ। ਵਾਰਾਂ ਦੀਆਂ ਜਿੱਥੇ ਸਮਾਪਤੀ ਹੁੰਦੀ ਆ, ਅਖੀਰਲੀ ਪੌੜੀ ਆਉਂਦੀ ਆ, ਉਹਦੇ ਪਿੱਛੇ ਦੋ ਲਫ਼ਜ਼ ਲਿਖੇ ਮਿਲਦੇ ਨੇ, ਸ਼ੁੱਧ ਤੇ ਸ਼ੁੱਧ ਕੀਚੈ। ਇਹ ਕੀ ਹੈ? ਹਾਲਾਂਕਿ ਇਹ ਬਾਣੀ ਦਾ ਹਿੱਸਾ ਨਹੀਂ ਹੈ, ਇਹ ਹਿੰਦਸਿਆਂ ਤੋਂ ਬਾਹਰ ਨੇ। ਹਿੰਦਸਿਆਂ ਤੋਂ ਮੇਰਾ ਮਤਲਬ ਹੈ ਜਿਹੜੀਆਂ ਦੋ ਲਾਈਨਾਂ ਲੱਗੀਆਂ ਹੁੰਦੀਆਂ ਉਹਨਾਂ ਨੂੰ ਹਿੰਦਸੇ ਕਹਿੰਦੇ ਹਨ। ਜਿਹੜੀ ਚੀਜ਼ ਉਹਨਾਂ ਤੋਂ ਅੰਦਰ ਲਿਖੀ ਹੋਈ ਹੈ ਉਹ ਬਾਣੀ ਹੈ, ਤੇ ਜਿਹੜੀ ਉਸ ਤੋਂ ਹਿੰਦਸਿਆਂ ਤੋਂ ਬਾਹਰ ਲਿਖੀ ਹੋਈ ਹੈ ਉਹ ਬਾਣੀ ਲਈ ਦਿੱਤੇ ਹੋਏ ਸੰਕੇਤ ਨੇ। ਉਹ ਕਈ ਤਰ੍ਹਾਂ ਦੇ ਨੇ। ਉਹ ਗਿਣਤੀ ਦੇ ਵਿੱਚ ਵੀ ਸੰਕੇਤ ਨੇ, ਜਿਵੇਂ ਗਿਣਤੀ ਆਉਂਦੀ ਹੈ 1 2 3 4। ਉਹ ਸੰਕੇਤ ਜਿਹੜੇ ਹਨ ਕਿਸੇ ਹੋਰ ਚੀਜ਼ ਦੇ ਵੀ ਹੋ ਸਕਦੇ ਨੇ। ਜਿਵੇਂ ਗੁਰੂ ਰਾਮਦਾਸ ਦੇ ਸ਼ਬਦ ਪੜ੍ਹੋ ਤਾਂ ਉਹ ਜਿੱਥੇ ਖਤਮ ਹੁੰਦੇ ਨੇ ਉਹਨਾਂ ਦੇ ਥੱਲੇ ਲਿਖਿਆ ਹੁੰਦਾ ਛੱਕਾ। ਧਿਆਨ ਦੇਣਾ, ਗੁਰੂ ਰਾਮਦਾਸ ਮਹਾਰਾਜ ਦੇ ਸ਼ਬਦ ਜਿੱਥੇ ਖਤਮ ਹੁੰਦੇ ਨੇ ਕਈ ਵਾਰ ਉਹਨਾਂ ਦੇ ਲਿਖਿਆ ਹੁੰਦਾ ਛੱਕਾ। ਤੇ ਛੱਕਾ ਦਾ ਮਤਲਬ ਹੁੰਦਾ ਹੈ ਇੱਥੇ 6 ਸ਼ਬਦਾਂ ਦਾ ਇੱਕ ਜੋੜ ਖਤਮ ਹੋ ਗਿਆ, ਭਾਵ ਜਿੱਥੇ 6 ਸ਼ਬਦ ਇਕੱਠੇ ਆ ਜਾਣ ਤੇ ਉਸ ਤੋਂ ਬਾਅਦ ਇਹ ਲਿਖਿਆ ਆ ਜਾਂਦਾ ਛੱਕਾ। ਛੱਕਾ ਤੋਂ ਬਾਅਦ ਭਾਵ ਹੈ ਇੱਥੇ 6 ਸ਼ਬਦਾਂ ਦਾ ਇੱਕ ਜੋੜ ਖਤਮ ਹੋ। ਇਸ ਤਰ੍ਹਾਂ ਦੀਆਂ ਬਹੁਤ ਚੀਜ਼ਾਂ ਨੇ। ਕਈ ਵਾਰੀ ਇਹ ਚੀਜ਼ ਕਿਸੇ ਸ਼ਬਦ ਦੇ ਖਤਮ ਹੋਣ ਦੇ ਥੱਲੇ ਆ ਜਾਂਦੀ ਹੈ, ਕਈ ਵਾਰੀ ਉੱਪਰ ਵੀ ਆ ਜਾਂਦੀ ਹੈ। ਉੱਪਰ ਵੀ ਆਉਂਦੀ ਗੌੜੀ ਕੀ ਗੌੜੀ ਵਾਰ ਗੌੜੀ ਰਾਗ ਵਿੱਚ ਅਸੀਂ ਪੜ੍ਹਦੇ ਹਾਂ, ਜਿੱਥੇ ਲਿਖਿਆ ਹੁੰਦਾ ਹੈ
ਸ਼ਲੋਕ ਮਹੱਲਾ ਪੰਜਵਾਂ, ਸ਼ਲੋਕ ਮਹੱਲਾ ਪੰਜਵਾਂ ਤੇ ਨਾਲ ਲਿਖਿਆ ਹੁੰਦਾ ਬਾਬਾ ਕਬੀਰ ਸਾਹਿਬ ਜੀ ਦਾ ਨਾਮ, ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਐਵੇਂ ਕਰਕੇ ਇੱਕ ਸਰਲੇਖ ਹੁੰਦਾ ਹੈ ਭਗਤਾਂ ਦੀ ਬਾਣੀ ਵਿੱਚ, ਪੂਰਾ ਮੈਨੂੰ ਵਿਸਰ ਗਿਆ। ਭਗਤਾਂ ਦੀ ਬਾਣੀ ਭਾਵ ਕਬੀਰ ਸਾਹਿਬ ਦੀ ਬਾਣੀ ਵਿੱਚੋਂ ਤੁਸੀਂ ਪੜ੍ਹ ਕੇ ਵੇਖੋਗੇ ਤਾਂ ਉੱਥੇ ਵੀ ਲਿਖਿਆ ਹੁੰਦਾ ਉਹ ਸ਼ਬਦ ਜਿਹੜਾ ਹੈ ਉਹ ਸ਼ਬਦ ਦੋ ਜਣਿਆਂ ਦਾ ਲਿਖਿਆ ਹੋਇਆ, ਭਾਵ ਦੋ ਮਹਾਂਪੁਰਖਾਂ ਦਾ। ਉਹਦੇ ਉੱਪਰ ਵੀ ਇਹ ਸਰਲੇਖ ਲਿਖਿਆ ਹੁੰਦਾ ਹੈ, ਭਾਵ ਅੱਧੇ ਤੋਂ ਜ਼ਿਆਦਾ ਉਹ ਬਾਬਾ ਕਬੀਰ ਸਾਹਿਬ ਜੀ ਦਾ ਹੈ ਤੇ ਉਹਦੇ ਵਿੱਚ ਕੁਝ ਲਾਈਨਾਂ ਜਿਹੜੀਆਂ ਹਨ ਉਹ ਗੁਰੂ ਅਰਜਨ ਸਾਹਿਬ ਦੀਆਂ ਵੀ ਹਨ। ਸੋ ਮੈਂ ਜ਼ਿਕਰ ਕਰ ਰਿਹਾ ਸਾਂ ਜਿਹੜੇ ਇਹ ਸ਼ੁੱਧ ਤੇ ਸ਼ੁੱਧ ਕੀਚੇ ਲਿਖਿਆ ਹੁੰਦਾ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ, ਇਹ ਬਾਕੀ ਬਾਣੀ ਚ ਕਾਹਤੋਂ ਨਹੀਂ ਲਿਖਿਆ ਹੁੰਦਾ। ਇਹ ਜਪਜੀ ਸਾਹਿਬ ਦੇ ਮਗਰ ਨਹੀਂ ਲਿਖਿਆ ਆਇਆ, ਇਹ ਸੁਖਮਨੀ ਸਾਹਿਬ ਦੇ ਮਗਰ ਨਹੀਂ ਲਿਖਿਆ ਆਇਆ, ਇਹ ਆਨੰਦ ਸਾਹਿਬ ਦੇ ਮਗਰ ਨਹੀਂ ਲਿਖਿਆ ਆਇਆ, ਇਹ ਸ਼ਲੋਕ ਵਾਰਾਂ ਤੇ ਵਧੀਕ ਦੇ ਮਗਰ ਨਹੀਂ ਲਿਖਿਆ ਆਇਆ। ਇਹ ਵਾਰਾਂ ਦੇ ਮਗਰ ਹੀ ਕਿਉਂ ਲਿਖਿਆ ਹੁੰਦਾ? ਇਹਦੇ ਬਾਰੇ ਸਾਡੇ ਵਿਦਵਾਨਾਂ ਨੇ, ਖੋਜਾਰਥੀਆਂ ਨੇ ਇਹ ਗੱਲ ਲਿਖੀ ਹੈ ਕਿ ਜਦੋਂ ਵਾਰਾਂ ਦੇ ਨਾਲ ਸ਼ਲੋਕ ਲਿਖੇ ਜਾ ਰਹੇ ਸਨ, ਗੁਰੂ ਅਰਜਨ ਸਾਹਿਬ ਜੀ ਇਹ ਸ਼ਲੋਕ ਲਿਖਵਾ ਰਹੇ ਸਨ ਵਾਰਾਂ ਦੀਆਂ ਪੌੜੀਆਂ ਦੇ ਨਾਲ, ਤਾਂ ਤੁਸੀਂ ਵੇਖੋ ਕਈ ਵਾਰ ਕੀ ਹੁੰਦਾ ਹੈ, ਇੱਕ ਪੌੜੀ ਦੇ ਨਾਲ 2-2, 3-3 ਜਾਂ 4-4 ਗੁਰੂ ਸਾਹਿਬਾਨਾਂ ਦੇ ਸ਼ਲੋਕ ਵੀ ਆ ਜਾਂਦੇ ਨੇ। ਉੱਥੇ ਸ਼ੁੱਧ ਤੇ ਸ਼ੁੱਧ ਕੀਚੇ ਤਾਂ ਲਿਖਿਆ ਗਿਆ ਜਦੋਂ ਭਾਈ ਗੁਰਦਾਸ ਜੀ ਨੇ ਵਾਰ ਲਿਖ ਦਿੱਤੀ ਤੇ ਨਾਲ ਸ਼ਲੋਕ ਲਿਖ ਦਿੱਤੇ, ਉਹਨੂੰ ਗੁਰੂ ਅਰਜਨ ਸਾਹਿਬ ਜੀ ਨੇ ਦੁਬਾਰਾ ਆਪਣੀ ਨਜ਼ਰਸਾਨੀ ਵਿੱਚ ਲਿਆ। ਜੇ ਤੇ ਵੇਖਿਆ ਕਿ ਲੜੀ 'ਚ ਠੀਕ ਹੈ, ਵਾਰਾਂ ਦੇ ਪੌੜੀਆਂ ਦੇ ਨਾਲ ਸ਼ਲੋਕ ਸਹੀ ਦਰਜ ਨੇ, ਫਿਰ ਤਾਂ ਲਿਖ ਦਿੱਤਾ ਸ਼ੁੱਧ, ਵੀ ਇਹ ਠੀਕ ਹੈ, ਇਹਨੂੰ ਛੇੜਨ ਦੀ ਲੋੜ ਨਹੀਂ। ਤੇ ਜੇ ਵੇਖਿਆ ਕਿ ਇਹਦੇ 'ਚ ਕਿਤੇ ਕੋਈ ਦਿੱਕਤ ਹੈ, ਕੋਈ ਸ਼ਲੋਕ ਦੇ ਨਾਲ, ਕੋਈ ਪੌੜੀ ਦੇ ਨਾਲ ਕੋਈ ਚੀਜ਼ ਅੱਗੇ ਪਿੱਛੇ ਲਿਖੀ ਗਈ ਹੈ, ਉੱਥੇ ਲਿਖ ਦਿੱਤਾ ਸ਼ੁੱਧ ਕੀਚਾ, ਕਿ ਇਹਨੂੰ ਦੁਬਾਰਾ ਵੇਖੋ। ਕਿੰਨੀ ਮਿਹਨਤ ਕੀਤੀ ਹੋਈ। ਪਹਿਲਾਂ ਭਾਈ ਗੁਰਦਾਸ ਜੀ ਲਿਖਦੇ ਹਨ, ਨਾਲ ਹੋਰ ਸਿੱਖ ਲਿਖਦੇ ਹਨ, ਫਿਰ ਗੁਰੂ ਅਰਜਨ ਸਾਹਿਬ ਜੀ ਪੜ੍ਹਦੇ ਹਨ, ਫਿਰ ਉਹਦੀ ਲੜੀ ਦੇਖਦੇ ਹਨ, ਫਿਰ ਭਾਈ ਗੁਰਦਾਸ ਜੀ ਵੇਖਦੇ ਹਨ। ਸਾਡੇ ਵਾਸਤੇ ਇਹ ਗੱਲ ਬੜੀ ਮਾਮੂਲੀ ਹੈ, ਕਿਉਂਕਿ ਸਾਨੂੰ ਤੇ ਪੱਕਿਆ ਪਕਾਇਆ ਤੇ ਪਰੋਸਿਆ ਮਿਲਿਆ ਹੈ, ਸਾਡੇ ਕੋਲੋਂ ਖਾਧਾ ਵੀ ਨਹੀਂ ਜਾਂਦਾ। ਸਾਨੂੰ ਇਹ ਚੀਜ਼ ਲੱਗਦੀ ਹੈ ਕਿ ਇਹ ਬੜਾ ਸੌਖਾ ਹੈ, ਪਰ ਜਦੋਂ ਇਤਿਹਾਸ 'ਚ ਵੜ ਕੇ ਵੇਖੀਏ ਤੇ ਪਤਾ ਲੱਗਦਾ ਕਿ ਕਿੰਨੀ ਅਣਥੱਕ ਮਿਹਨਤ ਹੈ, ਕਿੰਨੇ ਦਿਨ ਉਹਨਾਂ ਨੇ ਚੌਂਕੜਾ ਮਾਰ ਕੇ ਤੇ ਕੱਲੇ ਕੱਲੇ ਅੱਖਰ ਨੂੰ, ਕੱਲੀ ਕੱਲੀ ਲਾਈਨ ਨੂੰ, ਕੱਲੇ ਕੱਲੇ ਸ਼ਲੋਕ ਨੂੰ, ਪੌੜੀ ਨੂੰ ਨਿੱਠ ਕੇ ਵੇਖਿਆ ਹੋਏਗਾ। ਕਿੰਨੇ ਦਿਨ ਤੇ ਕਿੰਨੀਆਂ ਰਾਤਾਂ ਜਿਹੜੀਆਂ ਹਨ ਉਹਨਾਂ ਨੇ ਚੌਂਕੜੇ ਮਾਰ ਕੇ ਤੇ ਇਸ ਬਾਣੀ ਦੇ ਬੋਇਥ ਨੂੰ ਤਿਆਰ ਕੀਤਾ ਹੋਏਗਾ। ਸੋ ਇਸ ਗੱਲ ਨੂੰ ਸਮਝਿਓ, ਉਸ ਕੀਤੀ ਹੋਈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਮਿਹਨਤ ਤੇ ਭਾਈ ਗੁਰਦਾਸ ਜੀ ਦੀ ਉਸ ਲਗਨ ਨੂੰ ਅਸੀਂ ਭੁੱਲੀਏ ਨਾ। ਅੱਜ ਸਾਡੇ ਵਾਸਤੇ ਬੜਾ ਸੌਖਾ ਹੈ ਕਿ ਸ਼ਬਦ ਪੜ੍ਹਦਿਆਂ ਉਹਦੇ ਵਿੱਚ ਕੋਈ ਰਾਮ ਰਾਮ, ਕੋਈ ਅੱਲਾ ਅੱਲਾ, ਕੋਈ ਵਾਹਿਗੁਰੂ ਵਾਹਿਗੁਰੂ ਵਾੜ ਦਿੰਦਾ ਹੈ। ਸਾਡੇ ਵਾਸਤੇ ਗੱਲ ਬੜੀ ਸੌਖੀ ਹੈ, ਕੋਈ ਗੱਲ ਨਹੀਂ, ਕਿਉਂਕਿ ਅਸੀਂ ਤੇ ਇੱਕ ਰੌਂ 'ਚ ਲੱਗੇ ਹੋਏ ਹਾਂ, ਅੱਖਾਂ ਮੀਟ ਕੇ ਤੇ ਢੋਲਕੀ ਦੀ ਲੈ ਨਾਲ ਲੱਗੇ ਹੋਏ ਹਾਂ। ਜੋ ਮਰਜ਼ੀ ਸ਼ਬਦ ਦੇ ਵਿੱਚ ਪੜ੍ਹੀ ਜਾਓ, ਇੱਥੇ ਕਿਸੇ ਨੇ ਕਹਿਣਾ ਥੋੜਾ ਹੈ। ਇਹ ਗੱਲਾਂ ਕਹੀਆਂ ਵੀ ਨਹੀਂ ਜਾ ਸਕਦੀਆਂ, ਇਹ ਗੱਲਾਂ ਤੇ ਸਮਝੀਆਂ ਜਾ ਸਕਦੀਆਂ ਨੇ ਕਿ ਗੁਰੂ ਸਾਹਿਬ ਜੀ ਨੇ ਇੱਕ ਲੱਗ ਗਲਤ ਨਾ ਹੋ ਜਾਏ, ਇੱਕ ਕਿਤੇ ਇਹ ਨਾ ਹੋ ਜਾਏ ਕਿ ਉਹ ਸ਼ਲੋਕ ਪਹਿਲੇ ਪਾਤਸ਼ਾਹ ਦਾ ਲਿਖਿਆ ਤੇ ਉਹਦੇ ਨਾਲ ਕਿਤੇ ਦੂਜਾ ਪਾਤਸ਼ਾਹ ਨਾ ਲਿਖਿਆ ਜਾਏ, ਇੰਨੀ ਕੁ ਗੱਲ ਨਾ ਹੋ ਜਾਏ। ਹਾਲਾਂਕਿ ਜੇ ਗੁਰੂ ਅਰਜਨ ਸਾਹਿਬ ਚਾਹੁੰਦੇ ਤੇ ਕਹਿ ਸਕਦੇ ਸਨ, ਭਾਈ ਗੁਰਦਾਸ ਜੀ ਕੋਈ ਗੱਲ ਨਹੀਂ, ਸਾਰੀ ਬਾਣੀ ਕੋਈ ਗੁਰੂਆਂ ਦੀ ਹੈ, ਲਿਖ ਦਿਓ ਕਿਸੇ ਦੇ ਨਾਲ ਮਹੱਲਾ ਪਹਿਲਾ, ਕਿਸੇ ਦੇ ਨਾਲ ਮਹੱਲਾ ਦੂਜਾ, ਕੋਈ ਫਰਕ ਨਹੀਂ ਪੈਂਦਾ। ਨਹੀਂ, ਉੱਥੇ ਤੇ ਜੇ ਇੱਕ ਪੰਕਤੀ ਵੀ ਬਾਬਾ ਕਬੀਰ ਸਾਹਿਬ ਦੇ ਸ਼ਬਦਾਂ 'ਚ ਲਿਖੀ ਹੈ ਤੇ ਉੱਪਰ ਲਿਖਿਆ ਹੈ ਕਿ ਇਹ ਸ਼ਬਦ ਬਾਬਾ ਕਬੀਰ ਸਾਹਿਬ ਦਾ ਹੈ, ਪਰ ਇਹਦੇ 'ਚ ਦੋ ਲੈਣਾ ਮੇਰੀਆਂ ਵੀ ਨੇ, ਕਿ ਕਿਤੇ ਕੱਲ ਨੂੰ ਕੋਈ ਇਹ ਨਾ ਆਖੇ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਲਿਖੀ ਹੋਈ ਬਾਣੀ ਦੇ ਵਿੱਚ ਧੱਕਾ ਕੀਤਾ ਹੈ। ਹੁਣ ਆਪ ਅੰਦਾਜ਼ਾ ਲਾ ਲਓ ਕਿ ਅਸੀਂ ਕਿੱਥੇ ਖੜੇ ਹਾਂ, ਸਾਡੀ ਅਵਸਥਾ ਕਿੱਥੇ ਖੜੀ ਹੈ। ਹਾਲਾਂਕਿ ਅਸੀਂ ਉਸ ਵੇਲੇ ਸ਼ਰਧਾ 'ਚ ਭਿੱਜੇ ਹੁੰਦੇ ਹਾਂ। ਸ਼ਰਧਾ ਚੰਗੀ ਵੀ ਹੈ ਤੇ ਸ਼ਰਧਾ ਮਾੜੀ ਵੀ ਹੈ, ਦੋਵੇਂ ਗੱਲਾਂ ਨੇ। ਸ਼ਰਧਾ ਚੰਗੀ ਵੀ ਹੈ, ਗੁਰਦੇਵ ਮਹਾਰਾਜ ਸ਼ਰਧਾ ਦੀ ਗੱਲ ਬਾਣੀ 'ਚ ਕਰਦੇ ਨੇ। ਅਸੀਂ ਭਿੱਜ ਕੇ ਕੋਈ ਕੰਮ ਕਰੀਏ ਭਾਵ ਵਿੱਚ, ਇਹ ਗੱਲ ਠੀਕ ਹੈ, ਪਰ ਗੁਰਦੇਵ ਕਹਿੰਦੇ ਇਹ ਵੀ ਗੱਲ ਯਾਦ ਰੱਖੀ,
ਸ਼ਰਧਾ ਤੇ ਇੱਕ ਸ਼ਿਕਾਰੀ ਦੇ ਵਿੱਚ ਵੀ ਬੜੀ ਹੁੰਦੀ ਹੈ, ਜਦੋਂ ਉਹ ਬੜੇ ਝੁਕ ਕੇ ਤੇ ਬੜੀ ਵਜ਼ਨ ਦੇ ਨਾਲ ਆਪਣਾ ਨਿਸ਼ਾਨਾ ਜਿਹੜਾ ਹੈ ਬੜੇ ਸ਼ਾਂਤ ਤਰੀਕੇ ਦੇ ਨਾਲ ਸਾਹਮਣੇ ਸ਼ਿਕਾਰ ਤੇ ਮਾਰਦਾ ਹੈ। ਭਾਵ ਤੇ ਉਹਦੇ ਵਿੱਚ ਵੀ ਬੜਾ ਨਿਮਰ ਵਾਲਾ ਤੇ ਆਹਿਲ ਹੁੰਦਾ ਹੈ। ਉਹ ਆਪਣਾ ਇੱਕ ਅੰਗ ਕੀ ਆਪਣੇ ਸਾਹ ਦੀ ਆਵਾਜ਼ ਤੱਕ ਨਹੀਂ ਆਉਣ ਦਿੰਦਾ, ਪਰ ਉਹਦੀ ਉਹ ਸ਼ਰਧਾ ਠੀਕ ਨਹੀਂ। ਗੁਰਦੇਵ ਨੇ ਕਿਹਾ ਸੀਸ ਨਵਾਏ ਕਿਆ ਥੀਐ ਜੇ ਹਿਰਦੈ ਕਸ਼ੁੱਧੈ ਜ਼ਾਹਿ। ਸੋ ਬੇਨਤੀ ਨੂੰ ਸਮਝਣਾ। ਮੈਂ ਇਹ ਤਰਤੀਬ ਇਸ ਕਰਕੇ ਤੁਹਾਡੇ ਸਾਹਮਣੇ ਰੱਖੀ ਹੈ, ਇਹਦੇ ਵਿੱਚ ਸਾਡੇ ਗੁਰੂਆਂ ਦਾ ਖੂਨ ਪਸੀਨੇ ਤੇ ਅਣਥਕ ਮਿਹਨਤ ਲੱਗੀ ਹੈ। ਜੇ ਅਸੀਂ ਉਸ ਤਰਤੀਬ ਨੂੰ ਨਹੀਂ ਸਮਝਾਂਗੇ ਤੇ ਅਸੀਂ ਗੁਰੂਆਂ ਦੀ ਕੀਤੀ ਹੋਈ, ਅਸੀਂ ਸਿੱਖਾਂ ਦੀ ਕੀਤੀ ਹੋਈ ਉਸ ਮਿਹਨਤ ਨੂੰ ਨਜ਼ਰਅੰਦਾਜ਼ ਕਰਾਂਗੇ। ਸੋ ਬਾਣੀ ਨੂੰ ਪੜ੍ਹਦਿਆਂ ਅਸੀਂ ਬਾਣੀ ਦੇ ਉਹੀ ਲਫ਼ਜ਼ ਪੜ੍ਹੀਏ ਜਿਹੜੇ ਹਿੰਦਸਿਆਂ ਦੇ ਵਿੱਚ ਸਾਡੇ ਗੁਰੂ ਨੇ ਲਿਖੇ ਨੇ। ਹਾਂ, ਕਿਤੇ ਅਚਾਨਕ ਨਾ ਸਮਝੀ ਕਰਕੇ ਕੋਈ ਗਲਤੀ ਹੋ ਜਾਏ ਉਹ ਵੱਖਰੀ ਗੱਲ ਹੈ, ਪੜ੍ਹਦਿਆਂ ਕੋਈ ਅੱਖਰ ਵਿਸਰ ਜਾਏ ਉਹ ਇੱਕ ਵੱਖਰੀ ਗੱਲ ਹੈ, ਪਰ ਸਮਝ ਹੁੰਦਿਆਂ ਆਪਣੇ ਮਤ ਦੇ ਨਾਲ ਬਾਣੀ ਦੇ ਲਫ਼ਜ਼ਾਂ ਵਿੱਚ ਆਪਣੇ ਲਫ਼ਜ਼ ਜੋੜ ਕੇ ਤੇ ਗਾਉਣਾ, ਮੈਂ ਸਮਝਦਾ ਇਹ ਨਾ ਸਮਝੀ ਹੈ। ਇਹ ਇੱਕ ਵੱਡੀ ਭੁੱਲ ਹੈ ਜੋ ਸਾਡੇ ਪੰਥ 'ਚ ਹੋ ਰਹੀ ਹੈ ਤੇ ਅਸੀਂ ਕਰ ਰਹੇ ਹਾਂ। ਸੋ ਖੈਰ, ਮੈਂ ਗੱਲ ਸ਼ੁਰੂ ਕੀਤੀ ਸੀ ਵਾਰ ਸੂਹੀ ਕੀ। ਇਹ ਵਾਰ ਸੂਹੀ ਕੀ ਹੈ? ਸ਼ਲੋਕਾਂ ਨਾਲ, ਭਾਵ ਇਹਦੀ ਪੌੜੀ ਦੇ ਨਾਲ ਸ਼ਲੋਕ ਵੀ ਦਰਜ ਹਨ। ਮੈਂ ਪਹਿਲਾਂ ਜ਼ਿਕਰ ਕਰ ਆਇਆ ਕਿ ਵਾਰਾਂ ਕੇਵਲ ਪੌੜੀਆਂ ਹੁੰਦੀਆਂ ਸਨ। ਇਹ ਤਰਤੀਬ ਗੁਰੂ ਅਰਜਨ ਸਾਹਿਬ ਨੇ ਦਿੱਤੀ ਹੈ। ਪੌੜੀਆਂ ਨਾਲ ਸ਼ਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ, ਸ਼ਲੋਕਾਂ ਨਾਲ ਪੌੜੀਆਂ ਨਾਲ ਸ਼ਲੋਕ ਵੀ ਦਰਜ ਹਨ। ਮਹੱਲਾ ਤੀਜਾ, ਇਹ ਵਾਰ ਤੀਜੇ ਪਾਤਸ਼ਾਹ ਭਾਵ ਗੁਰੂ ਅਮਰਦਾਸ ਮਹਾਰਾਜ ਜੀ ਦੀ ਲਿਖੀ ਹੋਈ ਹੈ। ਤੇ ਕੱਲ ਤੋਂ ਅਸੀਂ ਪਹਿਲਾਂ ਇਹਦੀ ਪੌੜੀ ਦੀ ਵਿਚਾਰ ਸ਼ੁਰੂ ਕਰਾਂਗੇ, ਪੌੜੀ ਦੇ ਨਾਲ ਫਿਰ ਸ਼ਲੋਕ ਜੋੜਿਆ ਕਰਾਂਗੇ। ਹਾਲਾਂਕਿ ਪਹਿਲਾਂ ਸ਼ਲੋਕ ਲਿਖੇ ਆਉਂਦੇ ਨੇ, ਪਰ ਤਰਤੀਬ ਇਹ ਕਹਿੰਦੀ ਹੈ ਕਿ ਪਹਿਲਾਂ ਪੌੜੀਆਂ ਹਨ, ਪੌੜੀਆਂ 'ਚ ਜੋ ਵਿਚਾਰ ਗੁਰੂ ਕਹਿੰਦਾ ਹੈ ਉਹਦੀ ਵਿਆਖਿਆ ਸ਼ਲੋਕਾਂ 'ਚ ਕਰਦਾ ਹੈ। ਇਹ ਤਰਤੀਬ ਸੀ, ਇਹਦੇ ਮੁਤਾਬਕ ਆਪਾਂ ਇਹਦੀ ਵਿਆਖਿਆ ਜਿਹੜੀ ਹੈ ਕਰਦੇ ਜਾਵਾਂਗੇ ਤੇ ਇਸ ਵਾਰ ਨੂੰ, ਇਸ ਬਾਣੀ ਨੂੰ ਅਸੀਂ ਸਮਝਦੇ ਜਾਵਾਂਗੇ। ਵਾਰ ਦਾ ਅੰਤਲਾ ਭਾਵ ਕਹਿ ਕੇ ਮੈਂ ਸਮਾਪਤੀ ਕਰਾਂਗਾ। ਵਾਰ ਦਾ ਮਤਲਬ ਹੈ ਉਹ ਕਵਿਤਾ ਜੋ ਲੜਨ ਵਾਲੇ ਯੋਧਿਆਂ ਨੂੰ ਜੰਗ ਦੇ ਵਿੱਚ ਉਤਸ਼ਾਹਿਤ ਕਰਨ ਦੇ ਲਈ ਭੱਟਾਂ ਦੇ ਵੱਲੋਂ ਉਹਨਾਂ ਦੇ ਸਾਹਮਣੇ ਗਾਈ ਜਾਂਦੀ ਸੀ। ਜੋ ਕਵਿਤਾ ਜੰਗ ਦੇ ਮੈਦਾਨ ਵਿੱਚ ਲੜਨ ਵਾਲੇ ਯੋਧਿਆਂ ਦੇ ਸਾਹਮਣੇ ਭੱਟਾਂ, ਕਵੀਆਂ, ਢਾਡੀਆਂ, ਲਿਖਾਰੀਆਂ ਦੇ ਵੱਲੋਂ ਗਾਈ ਜਾਂਦੀ ਸੀ ਕਿ ਉਹਨਾਂ ਦੇ ਵਿੱਚ ਜੋਸ਼ ਪੈਦਾ ਹੋ ਜਾਏ, ਉਹਨੂੰ ਵਾਰ ਕਹਿੰਦੇ ਸਨ। ਤੇ ਗੁਰੂ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਯੋਧੇ ਆਖਿਆ। ਅਸੀਂ ਇੱਕ ਜੰਗ ਲੜ ਰਹੇ ਹਾਂ, ਇਹ ਜੰਗ ਬਾਹਰ ਦੀ ਵੀ ਹੈ, ਇਹ ਜੰਗ ਸਾਡੇ ਅੰਦਰ ਦੀ ਵੀ ਹੈ, ਜਿਹਨੂੰ ਗੁਰਦੇਵ ਕਹਿੰਦੇ ਨੇ ਮਨ ਜੀਤਾ ਜੰਗ ਜੀਤ। ਇਹ ਜੰਗ ਮਨ ਨੂੰ ਜਿੱਤਣ ਦੀ ਵੀ ਹੈ। ਮਨ ਨੂੰ ਜਿੱਤਣ ਦੀ ਜੰਗ ਜਿਹੜੀ ਹੈ, ਉਸ ਜੰਗ ਨੂੰ ਗੁਰਦੇਵ ਨੇ ਵਾਰਾਂ ਦੇ ਵਿੱਚ, ਲੜੀ ਦੇ ਵਿੱਚ ਪਰੋ ਕੇ ਲਿਖਿਆ। ਸੋ ਸਮਝ ਲੈਣਾ, ਜਦੋਂ ਅਸੀਂ ਵਾਰ ਨੂੰ ਪੜ੍ਹਦੇ ਹਾਂ ਤੇ ਗੁਰੂਦੇਵ ਵਾਰ ਵਿੱਚ ਇਹ ਸਮਝਾਉਂਦੇ ਨੇ ਕਿ ਆਪਣੇ ਮਨ ਨੂੰ ਜਿੱਤਣਾ ਕਿਵੇਂ ਹੈ। ਇਹ ਨੁਕਤਾ ਸਮਝਾਉਂਦੇ ਨੇ। ਜਿਵੇਂ ਪੁਰਾਣੇ ਜ਼ਮਾਨੇ 'ਚ ਮੈਦਾਨੇ ਜੰਗ ਵਿੱਚ ਸਿਪਾਹੀ ਲੜਨ ਚੱਲੇ ਸਨ ਤੇ ਕਵੀ ਉਹਨਾਂ ਦੇ ਸਾਹਮਣੇ ਵਾਰ ਗਾਉਂਦੇ ਸਨ ਤੇ ਉਹਨਾਂ ਨੂੰ ਕਹਿੰਦੇ ਸਨ ਕਿ ਮੈਦਾਨੇ ਜੰਗ 'ਚੋਂ ਦੋ ਹੀ ਅਵਸਥਾ 'ਚ ਆਇਓ, ਜਾਂ ਜਿੱਤ ਕੇ ਆਇਓ ਤੇ ਜਾਂ ਸ਼ਹੀਦ ਹੋ ਕੇ ਆਇਓ, ਪਿੱਠ ਵਿਖਾ ਕੇ ਨਾ ਆਇਓ। ਇਵੇਂ ਗੁਰਦੇਵ ਸਾਨੂੰ ਕਹਿੰਦੇ ਨੇ, ਭਾਈ ਇਸ ਸੰਸਾਰ ਵਿੱਚ ਤੁਸੀਂ ਗਏ ਹੋ, ਜਾਂ ਤੇ ਮਨ ਨੂੰ ਜਿੱਤ ਕੇ ਆਇਓ ਤੇ ਜਾਂ ਸ਼ਹੀਦ ਹੋ ਕੇ ਆਇਓ, ਪਿੱਠ ਵਿਖਾ ਕੇ ਨਾ ਆਇਓ। ਇਸ ਨੂੰ ਬਾਬਾ ਕਬੀਰ ਸਾਹਿਬ ਜੀ ਨੇ ਆਖਿਆ, ਕਹੋ ਕਬੀਰ ਦੇਖ ਵਿਚਾਰ ਜੀਤ ਕੇ ਹਾਰ। ਹੁਣ ਤੂੰ ਵੇਖ ਲਾ ਕਿ ਜਿੱਤ ਕੇ ਆਉਣਾ ਕਿ ਹਾਰ ਕੇ ਆਉਣਾ। ਇਹਨੂੰ ਬਾਬਾ ਰਵਿਦਾਸ ਜੀ ਨੇ ਆਖਿਆ ਹੈ, ਬਹੁਤ ਜਨਮ ਵਿਸ਼ਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਇਹਨੂੰ ਗੁਰੂ ਸਾਹਿਬ ਨੇ ਆਖਿਆ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸੋ ਸਾਰੇ ਮਹਾਂਪੁਰਖਾਂ ਨੇ ਇਸ ਮਨ ਦੀ ਜੰਗ ਨੂੰ ਆਪੋ ਆਪਣੇ ਤਰੀਕੇ ਨਾਲ ਲਿਖਿਆ। ਉਹ ਜੰਗ ਦੇ ਵਿੱਚ ਜਿਹੜਾ ਸੁਨੇਹਾ ਇੱਕ ਸਿਪਾਹੀ ਨੂੰ ਦਿੱਤਾ ਜਾਂਦਾ ਹੈ,
ਉਹ ਵਾਰਾਂ ਵਿੱਚ ਹੈ। ਅਸੀਂ ਸਾਰੇ ਸਿਪਾਹੀ ਹਾਂ, ਅਸੀਂ ਮਨ ਨੂੰ ਜਿੱਤਣ ਦੀ ਕੋਸ਼ਿਸ਼ ਕਰਨੀ ਹੈ। ਕਿਵੇਂ ਕਰਨੀ ਹੈ ਇਹ ਗੱਲ ਵਾਰ 'ਚ ਗੁਰੂ ਸਾਹਿਬ ਸਮਝਾਉਣਗੇ। ਕੱਲ ਤੋਂ ਹੀ ਵਿਚਾਰ ਆਰੰਭ ਕਰਾਂਗੇ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ, ਪਿਆਰ ਸਹਿਤ ਕਹਿਣਾ ਜੀ। ਉਹ